ਹੈਲੋ ਸਟੂਡੈਂਟਸ, ਆਪ ਸਭ ਦਾ ਸਵਾਗਤ ਹੈ ਆਪ ਜੀ ਦੇ ਆਪਣੇ ਚੈਨਲ ਈਜ਼ੀ ਕਲਾਸਿਸ ਦੇ ਉੱਪਰ। ਸੋ ਮੈਂ ਉਮੀਦ ਕਰਦਾ ਕਿ ਤੁਹਾਡਾ ਪਹਿਲਾ ਪੇਪਰ ਜਿਹੜਾ ਸੀਗਾ ਉਹ ਬੜਾ ਵਧੀਆ ਗਿਆ ਹੋਊਗਾ। ਹੁਣ ਅਸੀਂ ਲੈ ਕੇ ਆਏ ਹਾਂ 7ਵੀਂ ਜਮਾਤ ਦੇ ਸਟੂਡੈਂਟ ਲਈ ਮੈਥ ਦਾ ਇੱਕ ਵੈਰੀ ਇੰਪੋਰਟੈਂਟ ਕੁਐਸਚਨ ਪੇਪਰ। ਹੋ ਸਕਦਾ ਤੁਹਾਨੂੰ ਇਹ ਕੁਐਸਚਨ ਪੇਪਰ ਆ ਜਾਏ, ਇਸ ਕਰਕੇ ਇਸ ਨੂੰ ਮਿਸ ਤਾਂ ਬਿਲਕੁਲ ਨਹੀਂ ਕਰਨਾ। 80 ਵਿੱਚ 80 ਮਾਰਕਸ ਤੁਹਾਡੇ ਪੱਕੇ ਹੋਣਗੇ ਇਸ ਵੀਡੀਓ ਦੇਖ ਕੇ। ਦੋਨੋਂ ਹੀ ਮੀਡੀਅਮ ਦੇ ਵਿੱਚ ਇੱਕੋ ਹੀ ਵੀਡੀਓ 'ਚ ਕਰਾ ਦਾਂਗੇ ਤਾਂ ਕਿ ਦੋਨੋਂ ਮੀਡੀਅਮ ਦੇ ਸਟੂਡੈਂਟਸ ਇਕੱਠੇ ਹੀ ਕਰ ਲੈਣ। ਆਪਾਂ ਅਗੂੜੇ ਤੋਂ ਕਰਾਂਗੇ ਜੀ ਪੇਪਰ ਨੂੰ ਸ਼ੁਰੂ। ਪਰ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਮੇਰੇ ਦੁਆਰਾ ਬਣਾਈ ਗਈ ਸਾਰੀ ਵੀਡੀਓ ਤੁਹਾਨੂੰ ਸਮੇਂ ਸਿਰ ਪ੍ਰਾਪਤ ਹੋ ਸਕੇ। तो चलो जी शुरू करिए। ਦਿੱਤੇ ਹੋਏ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ। ਚੂਜ਼ ਦਾ ਕਰੈਕਟ ਆਪਸ਼ਨ ਫਰੋਮ ਦਾ ਫੋਲੋਇੰਗ। ਕਰਦੇ ਹਾਂ ਜੀ ਸ਼ੁਰੂ। ਪਹਿਲੇ ਕੁਐਸਚਨ ਤੋਂ, ਕਿਹੜਾ ਅੱਖਰ ਦੀ ਕੋਈ ਸਮਮਿਤੀ ਰੇਖਾ ਨਹੀਂ ਹੁੰਦੀ? ਵਿਚ ਲੈਟਰ ਹੈਜ਼ ਨੋ ਲਾਈਨ ਸਿਮੈਟਰੀ। ਦੇਖੋ ਸੀ ਆ, ਸੀ ਨੂੰ ਤੁਸੀਂ ਸਿੱਧਾ ਕੱਟ ਸਕਦੇ ਹੋ ਬਿਲਕੁਲ। ਆਈ ਆ, ਆਈ ਦਾ ਵੀ ਦੋ ਟੁਕੜੇ ਹੋ ਸਕਦੇ ਆ। ਐਕਸ ਆ, ਐਕਸ ਨੂੰ ਵੀ ਤੁਸੀਂ ਗੱਬੇ ਦਾ ਕੱਟ ਸਕਦੇ ਹੋ ਹਨਾ। ਪਰ ਜਿਹੜੀ ਕਿਊ ਆ ਇਹਨੂੰ ਤੁਸੀਂ ਕਿੱਦਾਂ ਕੱਟੋਗੇ? ਇੱਦਾਂ ਬਿਲਕੁਲ ਨਹੀਂ, ਕਿਉਂ ਨਹੀਂ ਕੱਟ ਸਕਦੀ। ਸੋ ਆਪਸ਼ਨ ਸੀ ਹੀ ਇਸ ਦਾ ਕਰੈਕਟ ਆਨਸਰ ਆ ਜੇਗੀ ਆਪਣੇ ਕੋਲ। ਫਿਰ ਅਗਲਾ ਕੁਐਸਚਨ ਕਹਿੰਦਾ ਬੇਟੇ -12 ਵਿੱਚ ਜੇ ਤੁਸੀਂ 0 ਦੀ ਗੁਣਾ ਕਰੋਗੇ ਤਾਂ ਕੀ ਆਨਸਰ ਆਊਗਾ? ਤਾਂ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ 0 ਹੀ ਆਊਗਾ। 0 ਨੂੰ ਕਿਸੇ ਵੀ ਚੀਜ਼ ਨਾਲ ਗੁਣਾ ਕਰੋ, ਚਾਹੇ 0 ਦੇ ਨਾਲ ਭਾਗ ਕਰੋ, 0 ਹੀ ਆਣਾ ਚਾਹੀਦਾ, ਮਤਲਬ ਹਮੇਸ਼ਾ ਹੁੰਦਾ ਹੈ। ਠੀਕ ਹੈ। ਚਿੱਤਰ ਦਾ ਨਾਮ ਦੱਸੋ। ਇਹ ਇੱਕ ਦੇਖੋ ਗੇਂਦ ਵਰਗਾ ਨਹੀਂ, ਤਾਂ ਗੇਂਦ ਵਰਗਾ ਆ ਯਾਨੀ ਕਿ ਗੋਲਾ। ਗੋਲਾ ਆ ਤਾਂ ਆਪਣੇ ਕੋਲ ਸਫੇਅਰ ਹੈ ਯਾਨੀ ਕਿ ਏ ਆਪਸ਼ਨ ਬਿਲਕੁਲ ਠੀਕ ਹੈ ਆਪਣੇ ਕੋਲ। ਨੇਮ ਦੱਸਣੀ ਸੀ ਇਮੇਜ ਦੀ, ਦੈਟ ਇਜ਼ ਸਫੇਅਰ। ਠੀਕ ਹੈ। ਅਗਲਾ ਕੁਐਸਚਨ ਚੌਥਾ, ਇੱਕ ਤ੍ਰਿਭੁਜ ਦੇ ਦੋ ਡੈਸ਼ ਕੋਣ ਹੋ ਸਕਦੇ ਆ? ਟ੍ਰਾਇੰਗਲ ਕੈਨ ਹੈਵ ਟੂ ਡੈਸ਼ ਐਂਗਲ। ਅਕਿਊਟ ਯਾਨੀ ਕਿ ਨਿਊਨ, ਅਬਸਟਿਊਜ਼ ਯਾਨੀ ਕਿ ਅਧਿਕ, ਰਾਈਟ ਯਾਨੀ ਕਿ ਸਮਕੋਣ ਜਾਂ ਸਟ੍ਰੇਟ। ਸੋ ਇਹਦਾ ਜਿਹੜਾ ਰਾਈਟ ਆਨਸਰ ਆ ਜਾਏਗਾ ਤੁਹਾਡੇ ਕੋਲ ਉਹ ਆ ਜਾਏਗਾ ਜੀ ਅਬਟਿਊਜ਼। ਯਾਨੀ ਕਿ ਇੱਕ ਟ੍ਰਾਇੰਗਲ ਦੇ ਵਿੱਚ ਦੋ ਕਿਹੜੇ ਐਂਗਲ ਹੋ ਸਕਦੇ ਜੀ? ਅਬਟਿਊਜ਼ ਐਂਗਲ ਹੋ ਸਕਦੇ ਆ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਹੁਣ ਅਗਲਾ ਕੁਐਸਚਨ ਦੇਖੋ ਪੰਜਵਾਂ, ਕਹਿੰਦਾ ਬਹੁਲਕ ਹੈ ਯਾਨੀ ਕਿ ਮੋਡ ਆਫ ਦਾ ਡਾਟਾ। ਸੋ ਦੇਖੋ ਇੱਕ ਵਾਰੀ ਲਿਖੋ 4 3 1 3 2 3 2 0। ਆਹ ਦੇਖੋ 3 1 2 3 ਵਾਰ ਆਇਆ ਹੈ, 2 2 ਵਾਰ ਆਇਆ ਹੈ। 3 ਜ਼ਿਆਦਾ ਟਾਈਮ ਆਇਆ ਹੈ ਤਾਂ 3 ਹੀ ਆਪਣੇ ਕੋਲ ਇਸ ਕੁਐਸਚਨ ਦਾ ਆਨਸਰ ਹੋ ਜਾਏਗਾ। ਮੋਡ ਯਾਨੀ ਕਿ ਬਹੁਲਕ ਹੁੰਦਾ ਕਿ ਕਿਹੜੀ ਚੀਜ਼ ਕਿੰਨੀ ਜ਼ਿਆਦਾ ਟਾਈਮ ਆਈ ਹੈ। ਠੀਕ ਹੈ, ਇਹ ਚੀਜ਼ ਹੀ ਦਿਮਾਗ ਦੇ ਵਿੱਚ ਰੱਖਣੀ ਆ। ਅਗਲਾ, ਕਿਹੜੀ ਪ੍ਰਾਕ੍ਰਿਤਿਕ ਸੰਖਿਆ ਨਹੀਂ ਆ? ਵਿਚ ਇਜ਼ ਦਾ ਨਾਟ ਨੈਚੁਰਲ ਨੰਬਰ। ਨੈਚੁਰਲ ਨੰਬਰ ਜੋ ਨਾ ਹੋਏ। ਤਾਂ 2 ਵੀ ਇੱਕ ਨੈਚੁਰਲ ਨੰਬਰ ਹੈ, 8 ਵੀ ਇੱਕ ਨੈਚੁਰਲ ਨੰਬਰ ਹੈ, 3 ਵੀ ਹੈ, ਪਰ -4 ਨਹੀਂ। ਇਹ ਇੰਟੀਜਰ ਵਿੱਚ ਆ ਜਾਂਦਾ ਬੇਟੇ, ਇਸ ਕਰਕੇ -4 ਆਪਣੇ ਕੋਲ ਬਿਲਕੁਲ ਇਸ ਕੁਐਸਚਨ ਦੇ ਲਈ ਸਹੀ ਆਨਸਰ ਹੈ। ਅਗਲਾ, 3/2 ਦੀ ਵੈਲਿਊ ਜੇ 0 ਆ ਤਾਂ ਇਸ ਦਾ ਆਨਸਰ ਕੀ ਆਊਗਾ? ਕਿਹਦੀ ਵੀ ਜੇ ਪਾਵਰ 0 ਆ ਤਾਂ ਆਨਸਰ ਹਮੇਸ਼ਾ 1 ਆਉਂਦਾ ਹੈ, ਯਾਦ ਰੱਖਣਾ। ਠੀਕ ਹੈ। ਹੇਠ ਲਿਖਿਆ ਵਿੱਚੋਂ ਕਿਹੜੇ ਸਮਾਨ ਪਦ ਹਨ? ਵਿਚ ਆਫ ਦਾ ਫੋਲੋਇੰਗ ਆਰ ਲਾਈਕ ਟਰਮਸ। ਲਾਈਕ ਟਰਮ ਦਾ ਮਤਲਬ ਤੁਸੀਂ ਪਛਾਣਨਾ ਕਿਵੇਂ, ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ। ਪਹਿਚਾਨ ਤੁਸੀਂ ਇਸ ਪ੍ਰਕਾਰ ਕਰਨੀ ਹੈ। ਲਾਈਕ ਟਰਮ ਯਾਨੀ ਕਿ ਸਮਾਨ ਪਦ ਦੋਨੋਂ ਐਕਸ ਹੋਣ, ਦੋਨੋਂ ਰਕਮਾਂ y ਵਾਲੀਆਂ ਹੋਣ, ਜਾਂ ਦੋਨੋਂ ਰਕਮਾਂ z ਵਾਲੀਆਂ ਹੋਣ, ਦੋਨੋਂ ਰਕਮਾਂ a ਵਾਲੀਆਂ ਹੋਣ, ਇੱਦਾਂ। ਤਾਂ ਪਹਿਲੀ ਆਪਸ਼ਨ ਦੇਖੋ ਐਕਸ ਵਾਈ, ਤਾਂ ਇਹ ਤਾਂ ਸਮਾਨ ਨਹੀਂ ਆ। ਦੂਜੀ ਹੈਗੀ 12x 17x, ਦੋਨਾਂ ਦੇ ਵਿੱਚ x ਹੈ। ਸੋ ਇਹੀ ਕਰੈਕਟ ਆਨਸਰ ਆ ਜਾਣਾ ਆਪਣੇ ਕੋਲ। ਠੀਕ ਹੈ। ਅਗਲਾ, ਕੰਪਲੀਟ ਦਾ ਸੀਕੁਐਂਸ। ਪਹਿਲੇ ਹੈਗਾ x, ਫਿਰ 3 ਵਾਰੀ x, ਫਿਰ 5 ਵਾਰੀ x, ਯਾਨੀ ਕਿ ਹਰ ਵਾਰ x ਦੇ ਨਾਲ 2x ਐਕਸਟਰਾ ਜੁੜੀ ਜਾ ਰਹੇ ਆ ਹਨਾ। ਤਾਂ ਇਸ ਤੋਂ ਬਾਅਦ 2 ਹੋਰ ਜੁੜ ਜਾਣੇ, 7 ਆ ਜਾਣੇ। ਤਾਂ 7 ਵਾਲੀ ਆਪਸ਼ਨ ਕਿਹੜੀ ਆ? ਵਾਲੀ ਆ। ਦੇਖੋ 1 2 3 4 5 6 7, 7 ਹੀ ਆ ਬਿਲਕੁਲ ਠੀਕ ਹੈ ਆਪਣੇ ਕੋਲ ਬੀ ਆਪਸ਼ਨ। ਠੀਕ ਹੈ। ਅਗਲਾ ਕੁਐਸਚਨ ਦੇਖੋ, ਕਹਿੰਦਾ ਬਿੰਦੀਆਂ ਨੂੰ ਜੋੜ ਕੇ ਇੱਕ ਕਹਿ ਲਓ ਪੁਆਇੰਟ ਜਿਹੜਾ ਆ, ਇਹਨਾਂ ਨੂੰ ਜੋੜ ਕੇ ਕੀ ਬਣਦਾ? ਸੋ ਇਹਨਾਂ ਨੂੰ ਜੋੜ ਕੇ ਇੱਕ ਟ੍ਰਾਇੰਗਲ ਬਣਦਾ, ਤਿਕੋਣ ਬਣਦਾ। ਬੀ ਆਪਸ਼ਨ ਬਿਲਕੁਲ ਕਰੈਕਟ ਹੈ। ਫਿਰ ਆ ਜਾਓ ਅੱਗੇ, ਲੜੀ ਨੂੰ ਪੂਰਾ ਕਰੋ। 1 2 3 ਡੈਸ਼ ਨੂੰ ਪੂਰਾ ਕਰੋ। ਠੀਕ ਆ। ਕੰਪਲੀਟ ਦਾ ਸੀਰੀਜ਼ 1 2 3। ਤਾਂ ਅੱਗੇ ਕੀ ਆ ਜਾਣਾ 4 5 6, ਯਾਨੀ ਕਿ ਏ ਆਪਸ਼ਨ ਬਿਲਕੁਲ ਠੀਕ ਹੈ ਆਪਣੇ ਕੋਲ। ਫਿਰ ਆ 35 = 3 ਦਹਾਈਆਂ + ਡੈਸ਼ ਇਕਾਈਆਂ। ਜਿਹੜਾ 35 ਆ ਦਹਾਈ ਦੇ ਅੰਕ ਤੇ ਹੈਗਾ ਆ। ਦਹਾਈ ਯਾਨੀ ਕਿ ਹੁੰਦਾ ਆ ਆਹ ਵਾਲਾ, ਉਹਦੇ ਤੇ 3 ਆ। ਇਕਾਈ ਤੇ ਕੌਣ ਆ? 5, ਤਾਂ 5 ਹੀ ਆ ਜਾਣਾ। ਦੁਬਾਰਾ ਦੇਖੋ 35 ਦੇ ਵਿੱਚ 10th ਪਲੇਸ ਤੇ 3 ਆ, 1st ਪਲੇਸ ਤੇ ਤਾਂ 5 ਹੈ, ਤਾਂ ਉਹੀ 5 ਭਰ ਦੇਣਾ ਸੀ, ਯਾਨੀ ਕਿ ਆਪਸ਼ਨ ਨੰਬਰ ਬੀ। ਅਗਲਾ ਆਪਣੇ ਕੋਲ ਦੇਖੋ, ਵਿਚ ਆਫ ਦਾ ਫੋਲੋਇੰਗ ਨੰਬਰ ਇਜ਼ ਮੇਡ ਬਾय 3 5 6। ਹੇਠ ਲਿਖਿਆ ਵਿੱਚੋਂ ਕਿਹੜੀ ਸੰਖਿਆ 3 5 7 ਨਾਲ ਬਣੀ ਹੈ?
3 5 7 ਜਿਹਦੇ ਵਿੱਚ ਯੂਜ਼ ਹੋਏ ਹਨ ਤਾਂ 7 5 3 ਇੱਕ ਅਜਿਹੀ ਆਪਸ਼ਨ ਆ ਜਿਹੜੀ ਕਿ ਆਪਣੇ ਕੋਲ ਕਰੈਕਟ ਹੈ। ਠੀਕ ਹੈ, ਬਹੁਤ ਸੌਖਾ ਕੁਐਸਚਨ ਸੀ। ਅਗਲਾ ਆ ਇਹ ਜਿਹੜੀ ਆ ਇਸ ਵਿੱਚੋਂ ਛੋਟੀ ਸੰਖਿਆ ਕਿਹੜੀ ਹੈ? 17 8 18 6 ਤੇ 19 ਵਿੱਚ ਸਭ ਤੋਂ ਛੋਟੀ ਸੰਖਿਆ ਕਿਹੜੀ ਆ? ਸੋ ਇਹ ਵੀ ਤੁਹਾਨੂੰ ਬਹੁਤ ਜ਼ਿਆਦਾ ਕਹਿ ਲਓ ਕਿ ਈਜ਼ੀ ਕੁਐਸਚਨ ਪਾਇਆ ਆ। ਸੋ ਇਸ ਕੁਐਸਚਨ ਦਾ ਆਨਸਰ ਤੁਹਾਡੇ ਕੋਲ ਕੀ ਆ ਜਾਣਾ ਜੀ? 6, ਕਿਉਂਕਿ 6 ਇਹਦੇ ਵਿੱਚ ਸਭ ਤੋਂ ਛੋਟੀ ਸੰਖਿਆ ਆ। ਕਹਿੰਦਾ 6x ਬਰਾਬਰ 24 ਆ ਤੇ x ਦਾ ਮੁੱਲ ਕੀ ਆਊਗਾ? ਤਾਂ ਆਪਾਂ ਇਹਨੂੰ ਸੋਲਵ ਕਰ ਲੈਣਾ। 6x = 24 ਆ, x ਨੂੰ ਇੱਧਰ ਹੀ ਰਹਿਣ ਦਿਓ। 24 ਦੇ ਥੱਲੇ ਆਹ ਵਾਲੀ ਚੀਜ਼ ਇੱਥੇ ਗੁਣਾ 'ਚ ਦੂਜੇ ਪਾਸੇ ਜਾਏਗੀ, ਡਿਵਾਈਡ ਹੋ ਜਾਏਗੀ। 6 ਨੂੰ ਇੱਥੇ ਡਿਵਾਈਡ ਕਰ ਦਿਓ ਤਾਂ ਤੁਹਾਡੇ ਕੋਲ 4 ਆ ਜਾਏਗਾ। x ਦਾ ਮੁੱਲ 4 ਯਾਨੀ ਕਿ C ਆਪਸ਼ਨ ਬਿਲਕੁਲ ਠੀਕ ਹੈ ਆਪਣੇ ਕੋਲ। ਠੀਕ ਹੈ, 4। ਹੁਣ ਗੱਲ ਕਰਾਂਗੇ ਅੱਗੇ ਆਪਣੇ ਕੋਲ ਕੁਐਸਚਨ ਹੈਗਾ ਆ 16ਵਾਂ। ਕਹਿੰਦਾ 59 ਦਾ ਨਾਮ ਲਿਖੋ। ਤਾਂ ਤੁਸੀਂ ਲਿਖ ਦੇਣਾ 59 NINE ਤੇ 59 ਨੂੰ ਪੰਜਾਬੀ 'ਚ ਜੋ ਕਹਿੰਦੇ ਤੁਸੀਂ ਉਹ ਲਿਖ ਦੇਣਾ। ਅੱਗੇ ਹੈਗੇ ਆਪਣੇ ਕੋਲ ਟਰੂ ਫਾਲਸ। ਤੇ ਦੇਖਾਂਗੇ ਟਰੂ ਫਾਲਸ। ਪਹਿਲਾਂ ਕਹਿੰਦਾ 5 ਬੰਡਲ ਪਲੱਸ 4 ਤੀਲੀਆਂ 54 ਆਪਣੇ ਕੋਲ ਆਊਗੀ। 5 ਬੰਡਲ 4 ਸਟਿਕਸ ਕੀ 54 ਬਣਾ ਦੇਊਗਾ? ਤਾਂ ਬਿਲਕੁਲ ਬਣਾ ਦੇਗਾ ਜੀ ਆਪਣੇ ਕੋਲ, ਇਹ ਬਿਲਕੁਲ ਠੀਕ ਹੈ ਆਪਸ਼ਨ। ਅਗਲਾ 23 34 17 37 ਸਭ ਤੋਂ ਛੋਟੀ ਰਕਮ 23 ਹੈ? ਨਹੀਂ ਜੀ, 17 ਆ ਸਭ ਤੋਂ ਛੋਟੀ। ਸੋ ਇਹ ਗਲਤ ਹੋ ਜਾਣਾ। ਠੀਕ ਹੈ, ਸਮੋਲੈਸਟ ਨੰਬਰ 17 ਆ, ਖਿਆਲ ਨਾਲ ਦੇਖੋ। ਸੋ ਇਹ ਫਾਲਸ। ਆਇਤ ਅਤੇ ਵਰਗ ਵਿੱਚ ਕੋਈ ਅੰਤਰ ਨਹੀਂ ਹੁੰਦਾ। ਦੇयर इज नो डिफरेंस बिटवीन ਰੈਕਟੈਂਗਲ ਐਂਡ ਸਕੁਅਰ। ਤਾਂ ਕੀ ਆਪਣੇ ਕੋਲ ਸਹੀ ਹੈ? ਨਹੀਂ ਜੀ, ਇਹ ਵੀ ਗਲਤ ਯਾਨੀ ਕਿ ਫਾਲਸ ਹੈ। ਕਹਿੰਦਾ ਕਿ ਇਹ 1/2 ਹਿੱਸਾ ਆ, ਬਿਲਕੁਲ ਠੀਕ ਹੈ ਜੀ, ਇਹ ਟਰੂ ਹੈ ਆਪਣੇ ਕੋਲ। ਪੰਜਵਾਂ ਆ 50 60 70 ਇੱਕ ਤ੍ਰਿਭੁਜ ਦੇ ਕੋਣ ਹਨ? 50 60 ਤੇ 70 ਜੇ ਇਹਨਾਂ ਨੂੰ ਜੋੜ ਕੇ 180 ਆਉਂਦਾ ਤਾਂ ਠੀਕ ਹੈ, ਨਹੀਂ ਤਾਂ ਨਹੀਂ ਸਹੀ। 50 60 ਹੋ ਜਾਣੇ ਆ 110 ਤੇ 70 180 ਤੇ ਬਿਲਕੁਲ ਠੀਕ ਹੈ ਆਪਣੇ ਕੋਲ, ਟਰੂ ਆ। 60 ਦਾ ਪੂਰਕ ਕੋਣ 30 ਡਿਗਰੀ ਹੈ, ਯਾਨੀ ਕਿ ਕੰਪਲੀਮੈਂਟਰੀ ਐਂਗਲ ਆਫ 60 ਡਿਗਰੀ ਇਜ਼ 30 ਡਿਗਰੀ, ਬਿਲਕੁਲ ਠੀਕ ਹੈ ਇਹ ਵੀ ਆਪਣੇ ਕੋਲ। ਠੀਕ ਆ, ਫਿਰ ਉਹ ਕਹਿੰਦਾ ਕਿ 12/17 - 7/17 6/17 ਆਏਗਾ। ਨਹੀਂ ਜੀ, 12 ਵਿੱਚੋਂ 7 ਕੇ 5 ਆ ਜਾਣਾ ਸੀ। ਬਟੇ 17 ਤਾਂ ਚਲੋ ਐਜ਼ ਇਟ ਇਜ਼ ਜੋ ਲੱਗਾ ਸੀ ਉਹ ਲੱਗ ਹੀ ਜਾਣਾ ਸੀ। 5/17 ਹੁੰਦਾ ਫਿਰ ਆਪਾਂ ਟਰੂ ਕਰਨਾ ਸੀ, ਪਰ ਇੱਥੇ 6/17 ਹੈ। ਸੋ ਆਪਾਂ ਇਹਨੂੰ ਫਾਲਸ ਕਰਨਾ, ਗਲਤ ਕਰਨਾ। ਠੀਕ ਆ, ਹੁਣ ਆਪਣੇ ਕੋਲ ਖਾਲੀ ਥਾਵਾਂ ਆ ਗਈਆਂ ਆ। ਖਾਲੀ ਥਾਵਾਂ ਨੂੰ ਫਿਲ ਕਰਦੇ ਆ। ਕਿਵੇਂ ਤੁਸੀਂ ਕਰਨਾ ਆ ਦੇਖੋ। ਖਾਲੀ ਥਾਂ ਪਹਿਲੀ ਹੈਗੀ ਆ 27 ਜਮਾ -10 = -10 ਪਲੱਸ, ਤੇ ਇੱਥੇ 27 ਭਰ ਦੇਣਾ, ਹੋਰ ਕੁਛ ਨਹੀਂ ਕਰਨਾ। ਠੀਕ ਹੈ, ਬਸ। ਅਗਲਾ 7 ਦੀ ਪਾਵਰ 10 ਡਿਵਾਈਡ ਬਾਈ 7 ਦੀ ਪਾਵਰ 5, ਇਸ ਦਾ ਆਨਸਰ ਕੀ ਆਏਗਾ? ਸੋ ਇਹ ਵੀ ਇੱਕ ਸੌਖਾ ਹੀ ਜਿਹਾ ਕੁਐਸਚਨ ਆ। ਜੇ ਤੁਹਾਡੇ ਕੋਲ ਡਿਵਾਈਡ ਦੇ ਵਿੱਚ ਹੋਣ ਨਾਲੇ ਬੇਸ ਸੇਮ ਹੋਏ ਤਾਂ ਪਾਵਰ ਆਪਸ ਦੇ ਵਿੱਚ ਮਾਈਨਸ ਹੋ ਜਾਂਦੀਆਂ। ਤੇ 10 ਵਿੱਚੋਂ 5 ਗਏ ਤਾਂ 7 ਦੀ ਪਾਵਰ 5 ਇਸ ਕੁਐਸਚਨ ਦਾ ਰਾਈਟ ਆਨਸਰ ਆ ਜਾਣਾ ਸੀ। ਠੀਕ ਹੈ, ਮੇਰੇ ਵਰਗਾ ਸੌਖੇ ਤਰੀਕੇ ਨਾਲ ਸਮਝਾਉਣ ਵਾਲਾ ਸ਼ਾਇਦ ਹੀ ਕੋਈ ਹੋਏ, ਇਸ ਕਰਕੇ ਧਿਆਨ ਨਾਲ ਸੁਣਿਆ ਕਰੋ। ਠੀਕ ਹੈ, ਤ੍ਰਿਭੁਜ ਦੇ ਕੋਣਾਂ ਦਾ ਜੋੜ ਡੈਸ਼ ਹੁੰਦਾ ਹੈ। ਦ ਸਮ ਆਫ ਐਂਗਲ ਆਫ ਟ੍ਰਾਈਐਂਗਲ। ਸੋ ਇਹ ਮੈਂ ਤੁਹਾਨੂੰ ਹੁਣੀ ਦੱਸਿਆ ਸੀ ਕਿੰਨਾ ਹੁੰਦਾ ਬੇਟਾ, 180 ਡਿਗਰੀ ਹੁੰਦਾ ਹੈ। ਤਿੰਨੇ ਕੋਣਾਂ ਦਾ ਪਲੱਸ ਕਰਾਂਗੇ ਤਾਂ ਉਹ ਪਲੱਸ 180 ਆਏਗਾ। 27 25 ਡੈਸ਼ 21 ਤੋਂ 27 ਵਿੱਚ ਮਾਈਨਸ ਕੀਤੇ 2 ਤਾਂ 25 ਆਇਆ। 25 ਵਿੱਚ 2 ਘਟਾ ਦਾਂਗੇ ਤਾਂ 23 ਆ ਜਾਣਾ। 23 ਵਿੱਚ 2 ਘਟਾ ਦਾਂਗੇ 21, 21 ਵਿੱਚ 2 ਘਟਾਏ ਤਾਂ 19। ਠੀਕ ਹੈ, ਅਗਲਾ 45 ਵਿੱਚ 4 ਦਾ ਸਥਾਨ ਮੁੱਲ ਡੈਸ਼ ਹੈ। ਸੋ 4 ਜਿਹੜਾ ਦਹਾਈਆਂ ਤੇ ਹੈ, ਸੋ ਦਾ ਮੁੱਲ ਜਿਹੜਾ 40 ਆ ਜਾਣਾ ਆਪਣੇ ਕੋਲ। ਠੀਕ ਹੈ, ਅੱਗੇ 2 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਦਾ ਲਾਰਜੈਸਟ 2 ਡਿਜਿਟ ਨੰਬਰ ਉਹ ਕੀ ਹੈ? 99। ਠੀਕ ਹੈ, 99 ਜਿਹਨੂੰ ਅਸੀਂ ਕਹਿੰਦੇ ਆ, ਉਹ ਆ ਜਾਣਾ ਇਸ ਦਾ ਆਨਸਰ। ਫਿਰ ਆ 3x + 4y ਵਿੱਚ y ਦਾ ਗੁਣਾਂਕ ਕੀ ਹੈ? ਸੋ y ਦੇ ਨਾਲ ਲੱਗਾ ਕੀ ਆ ਨੰਬਰ? 4 ਲੱਗਾ, ਉਹ ਵੀ ਪਲੱਸ ਦਾ, ਸੋ ਪਲੱਸ ਦਾ 4। ਠੀਕ, ਇਹ ਹੋ ਗਿਆ ਆਪਣੇ ਕੋਲ ਭਾਗ ਊੜਾ। ਭਾਗ B ਯਾਨੀ ਕਿ ਭਾਗ ਐੜਾ ਜਿਹੜਾ ਆ ਉਹ ਹੁਣ ਕਰਦੇ ਹਾਂ ਜੀ ਸ਼ੁਰੂ। ਦੇਖੋ ਬੇਟੇ ਧਿਆਨ ਨਾਲ ਕੁਐਸਚਨਾਂ ਨੂੰ ਕਰਦੇ ਹੋਏ ਚੱਲਣਾ। ਮੈਂ ਸਕਰੀਨ ਤੇ ਹੀ ਸਾਰੇ ਕੁਐਸਚਨ ਕਰਵਾਉਣੇ ਆ, ਇਸ ਕਰਕੇ ਨਾਲ ਸਕਰੀਨਸ਼ਾਟ ਲੈਣਾ ਹੋਏ ਤਾਂ ਤੁਸੀਂ ਜ਼ਰੂਰ ਲੈ ਲੈਣਾ। ਠੀਕ ਹੈ, ਚੀਨੂ ਨੂੰ ਗਣਿਤ ਦੇ ਵਿੱਚ 78, ਅੰਗਰੇਜ਼ੀ ਦੇ ਵਿੱਚ 65 ਅਤੇ ਵਿਗਿਆਨ ਦੇ ਵਿੱਚ 45 ਅੰਕ ਪ੍ਰਾਪਤ ਹੋਏ। ਚੀਨੂ ਕੋਲ ਕਿੰਨੇ ਅੰਕ ਆ? ਸੋ ਜਿਵੇਂ ਮੈਂ ਲਿਖਾਊਂਗਾ ਉੱਦਾਂ ਲਿਖਣਾ ਹੈ ਤੁਸੀਂ। तो तुसी इस प्रकार लिखोगे जिवें मैं इत्थे लिखिया है। तो तुहानूं मैं दिखाना, देखो पहले तुसीं लिखोगे गणित के अंक, इत्थे लिख देना मैथ मार्क्स या फिर अंक, ठीक है। फिर अंग्रेजी के अंक 65, साइंस के अंक 45, फिर तिन्नां नूं ऐड कर देना। तो इत्थे एक चीज़ लिखनी सी जो मैं तुहानूं कहा कि 10 के लिखूँगा, वो हैगा कुल अंक, क्योंकि पूछा तो कुल अंक सी। तो कुल अंक लिख के तुसीं पाओगे कुल अंक बराबर 78 + 65 + 45 जो कि 188 आ जाना। सो कुल अंक 188 आ जाने इसका आंसर अपने कोल। अगला क्वेश्चन देखो,
ਸੋ ਅਗਲਾ ਕੁਐਸਚਨ ਸੌਖਾ ਸੀ ਕਿ ਹਰੀਸ਼ ਦਾ ਸਕੂਟਰ ਜਿਹੜਾ ਆ 1 ਲੀਟਰ ਦੇ ਵਿੱਚ 40 ਕਿਲੋਮੀਟਰ ਚੱਲਦਾ ਆ। ਠੀਕ ਆ, 1 ਲੀਟਰ ਦੇ ਵਿੱਚ 40 ਕਿਲੋਮੀਟਰ ਚੱਲਦਾ ਤੇ ਉਹਨਾਂ ਨੇ 5 ਲੀਟਰ ਦਾ ਪੁੱਛਿਆ ਆ। ਸੋ ਦੇਖੋ 1 ਲੀਟਰ ਦੇ ਵਿੱਚ ਜੇ 40 ਚੱਲਦਾ ਤੇ ਜੇ ਮੈਂ 40 ਨੂੰ 5 ਨਾਲ ਗੁਣਾ ਕਰ ਲਵਾਂ ਮੈਨੂੰ ਦੂਰੀ ਪਤਾ ਲੱਗ ਜਾਣੀ ਕਿ ਕਿੰਨੀ ਦੂਰੀ ਲੱਗੀ ਆ ਉਹਨੂੰ ਕੰਪਲੀਟ ਕਰਨ ਦੇ ਵਿੱਚ। ਕਿੰਨੀ ਦੂਰੀ ਉਹਨੇ ਕੰਪਲੀਟ ਕਰੂਗਾ 5 ਲੀਟਰ ਤੇਲ ਦੇ ਵਿੱਚ। ਸੋ ਮੈਂ ਕੀ ਕੀਤਾ, ਮੈਂ ਇੱਥੇ ਲਿਖ ਲਿਆ ਦੂਰੀ ਜਿਹੜੀ ਉਹਦੇ ਦੁਆਰਾ ਕੰਪਲੀਟ ਕੀਤੀ ਗਈ 40 ਗੁਣਾ 5 ਯਾਨੀ ਕਿ 200 ਕਿਲੋਮੀਟਰ ਉਹਨੇ ਕੰਪਲੀਟ ਕਰ ਲੈਣਾ ਆ 5 ਲੀਟਰ ਜੇਕਰ ਉਹਦੇ ਕੋਲ ਪੈਟਰੋਲ ਤੇਲ ਹੋਇਆ ਜੇ ਤਾਂ। ਅਗਲਾ 6ਵਾਂ ਕੁਐਸਚਨ 105 ਨੂੰ ਡਿਵਾਈਡ ਕਰਨਾ 3 ਦੇ ਨਾਲ। ਸੋ ਇਹ ਤਾਂ ਸੌਖਾ ਹੀ ਬੜਾ ਹੈ, 3 ਨੂੰ ਡਿਵਾਈਡ ਕਰ ਦਿਓ 105 ਦੇ ਨਾਲ। ਸੋ 9 ਆ ਜਾਏਗਾ 3 ਤੇ, ਫਿਰ 1 ਤੇ 5 ਆ ਜਾਏਗਾ 15 ਆਉਂਦਾ ਆਪਣੇ ਕੋਲ 5 ਤੇ ਯਾਨੀ ਕਿ 35 ਆ ਜਾਏਗਾ ਇਸ ਕੁਐਸਚਨ ਦਾ ਆਨਸਰ ਆਪਣੇ ਕੋਲ। ਫਿਰ ਇਹ 136 ਤੇ 29 ਨੂੰ ਜਿਹੜਾ ਤੁਸੀਂ ਸ਼ਬਦਾਂ 'ਚ ਲਿਖਣਾ ਹੈ। ਸੋ ਮੈਂ ਲਿਖ ਕੇ ਦਿਖਾ ਦਿੰਦਾ ਹਾਂ ਤੁਹਾਨੂੰ। ਦੇਖੋ ਜੀ, ਤਾਂ 136 ਨੂੰ ਲਿਖੋਗੇ 136, 29 ਨੂੰ ਲਿਖੋਗੇ 29। ਇੰਗਲਿਸ਼ ਦੇ ਵਿੱਚ ਲਿਖੋਗੇ 136 ਤੇ 29 ਨੂੰ ਲਿਖੋਗੇ 29। ਠੀਕ ਆ, ਸਪੈਲਿੰਗ ਦੇਖ ਲਓ। ਠੀਕ ਆ, ਸੋ ਅੱਗੇ ਇਹਦੇ ਨਾਲ ਹੁਣ ਅਸੀਂ ਕਰਾਂਗੇ ਪਾਰਟ ਸੀ। ਸੋ ਪਾਰਟ ਸੀ ਦੇ ਕੁਐਸਚਨ ਕਰਦੇ ਹਾਂ ਜੀ। ਪਹਿਲਾ ਆ ਇੱਕ ਕਿਤਾਬ ਦੇ ਵਿੱਚ 210 ਪੇਜ ਆ ਤੇ 21 ਪੇਜ ਜੇਕਰ ਰੋਜ਼ ਰਾਜਾ ਪੜ੍ਹਦਾ ਆ ਤਾਂ ਉਹਨੂੰ ਕਿਤਾਬ ਖਤਮ ਕਰਨ 'ਚ ਕਿੰਨਾ ਸਮਾਂ ਲੱਗੂਗਾ। ਸੋ ਮੈਂ ਇਹਨੂੰ ਵੀ ਸੋਲਵ ਕਰ ਲਿਆ ਹੈ। ਸੋ ਦੇਖੋ ਤੁਸੀਂ ਪਹਿਲੇ ਲਿਖੋਗੇ ਕੁੱਲ ਪੇਜ ਕਿਤਾਬ ਦੇ ਕਿੰਨੇ ਆ। ਸੋ ਤੁਸੀਂ ਲਿਖਦੇ 210, ਫਿਰ ਤੁਸੀਂ ਲਿਖ ਦੇਣਾ ਰਾਜ ਪੜ੍ਹਦਾ ਕਿੰਨੇ ਪੜ੍ਹਦਾ 21 ਪੇਜ ਪੜ੍ਹਦਾ ਰੋਜ਼। ਠੀਕ ਆ, ਕਿਤਾਬ ਖਤਮ ਕਰਨ ਲਈ ਲੱਗਣ ਵਾਲੇ ਦਿਨ। ਸੋ ਜਦੋਂ ਤੁਸੀਂ 210 ਨੂੰ 21 ਦਿਨ ਨਾਲ ਡਿਵਾਈਡ ਕਰ ਦਿੰਦੇ ਤਾਂ ਤੁਹਾਡੇ ਕੋਲ ਆ ਜਾਂਦਾ 10 ਯਾਨੀ ਕਿ ਉਹਨੂੰ ਕਿਤਾਬ ਖਤਮ ਕਰਨ ਲਈ 10 ਦਿਨ ਦਾ ਜਿਹੜਾ ਉਹ ਸਮਾਂ ਲੱਗੇਗਾ। ਠੀਕ ਹੈ, ਅਗਲਾ ਦੇਖੋ 9ਵਾਂ ਕੁਐਸਚਨ ਕਹਿੰਦਾ 4/6 ਹਿੱਸੇ ਦੇ ਵਿੱਚ ਰੰਗ ਭਰੋ। ਸੋ ਇਹਨੂੰ ਮੈਂ ਡੱਬਾ ਵੱਡਾ ਬਣਾ ਕੇ ਫਿਰ ਉਹਦੇ ਵਿੱਚ ਕਰੂੰਗਾ 1 2 ਲਾਈਨਸ ਤੇ 2 ਇੰਚ ਦਾ ਰੰਗ ਭਰਨਾ ਹੈ। ਸੋ ਆਪਾਂ ਇਹਦਾ ਥੋੜਾ ਸਾਈਜ਼ ਵਧਾ ਲੈਂਦੇ ਆਪਣੇ ਬ੍ਰਸ਼ ਦਾ। ਸੋ ਉਹਨੇ ਕਿਹਾ 4/6 ਯਾਨੀ ਕਿ ਆਪਾਂ 4 ਹਿੱਸਿਆਂ 'ਚ ਰੰਗ ਭਰਨਾ 1 2 3 4। ਸੋ ਇਹ ਆਪਣੇ ਕੋਲ ਕੀ ਹੋ ਜਾਣਾ, ਇਹ ਹੋ ਜਾਣਾ 4/6। ਠੀਕ ਹੈ, ਸੋ ਇਸ ਪ੍ਰਕਾਰ ਤੁਸੀਂ ਇਹਦੇ ਵਿੱਚ ਕਲਰ ਫਿਲ ਕਰਨਾ ਸੀ। ਠੀਕ ਹੈ, ਇਹ ਵੀ ਕੁਐਸਚਨ ਸੌਖਾ ਸੀ, ਹੋ ਗਿਆ ਡਨ। ਹੁਣ ਦੇਖੋ ਅਗਲਾ ਕੁਐਸਚਨ ਰੈੱਡ ਕਲਰ ਦੇ ਨਾਲ ਕਹਿੰਦਾ XYZ ਦਾ ਜਿਹੜਾ ਮੁੱਲ ਆ ਉਹ ਪਤਾ ਕਰੋ। ਸੋ ਦੇਖੋ ਬੇਟਾ 1 ਮਿੰਟ ਜ਼ੂਮ ਕਰਕੇ ਥੋੜਾ ਜਿਹਾ ਨਿਗਾਹ ਮਾਰੋ। ਜੇ ਵਰਟੀਕਲ ਆਪੋਜ਼ਿਟ ਤੁਸੀਂ ਪੜਿਆ ਆ ਸਨਮੁਖ ਵਾਲੇ ਕੋਣ ਜੇ ਆ 55 ਤੋਂ X ਵੀ 55 ਹੋ ਜਾਣਾ। ਹੋ ਗਿਆ, ਸੋ ਇਹ ਆਪਣੇ ਕੋਲ ਆ ਗਿਆ 55 ਡਿਗਰੀ। ਹੁਣ ਅਸੀਂ ਇਹਨਾਂ ਦੋਨਾਂ ਦਾ ਪਤਾ ਕਰਨਾ ਆ। ਸੋ ਆਓ ਇਹਨਾਂ ਨੂੰ ਪਤਾ ਕਰੀਏ। ਸੋ ਬੇਟਾ ਦੇਖੋ ਇੱਕ ਗੱਲ ਹੋਰ ਕਿ ਆ ਇੱਕ ਸਟ੍ਰੇਟ ਲਾਈਨ ਹੈ ਤੇ ਸਟ੍ਰੇਟ ਲਾਈਨ ਤੇ ਕੋਈ ਐਂਗਲ y ਹੈ ਇੱਕ 55 ਤੇ ਇਹਨਾਂ ਦੋਨਾਂ ਨੂੰ ਜੇ ਮੈਂ ਐਡ ਕਰ ਦੇਵਾਂ y ਜਮਾ 55 ਤੇ ਇਹਦਾ ਜੋੜ 180 ਦੇ ਬਰਾਬਰ ਹੋ ਜਾਏਗਾ ਤੇ ਇੱਥੋਂ ਮੈਨੂੰ y ਦਾ ਮੁੱਲ ਪਤਾ ਲੱਗ ਜਾਏਗਾ। ਤਾਂ 180 ਦੇ ਵਿੱਚ 55 ਗਏ ਤਾਂ ਤੁਹਾਡੇ ਕੋਲ ਕਿੰਨਾ ਆ ਜਾਣਾ 125 ਹੈ ਨਾ ਜੀ। ਸੋ 125 y ਦਾ ਹੀ ਮੁੱਲ ਆ ਜਾਣਾ ਤੇ 125 z ਦਾ ਮੁੱਲ ਆ ਜਾਣਾ। ਕਿਉਂ? ਕਿਉਂਕਿ ਸਮਾਨ ਸਨਮੁਖ ਯਾਨੀ ਕਿ ਵਰਟੀਕਲ ਆਪੋਜ਼ਿਟ ਕੌਣ ਹੈ ਆਪਣੇ ਕੋਲ। ਠੀਕ ਹੈ, ਜਾਮ ਵਾਲੇ ਪ੍ਰਸ਼ਨ ਤੁਸੀਂ ਆਪ ਟਰਾਈ ਕਰਿਓ। ਠੀਕ ਹੈ, 11ਵਾਂ ਕੁਐਸਚਨ ਕਹਿੰਦਾ ਤ੍ਰਿਭੁਜ ਦੇ ਕੋਣ ਦਾ ਅਨੁਪਾਤ ਜੇਕਰ ਆਇਆ ਤੇ ਆਪਾਂ ਕੀ ਪਤਾ ਕਰਨਾ, ਮਈਅਰ ਪਤਾ ਕਰਨਾ। ਸੋ ਦੇਖੋ ਜਿਹੜੇ ਆਪਾਂ ਨੂੰ ਰੇਸ਼ੋ ਦਿੱਤੀ ਆ ਉਹਨੂੰ ਲਿਖ ਲਾਂਗੇ। ਸੋ ਦੇਖੋ ਜੀ ਤੁਸੀਂ ਕੀ ਕਰਨਾ 2 3 ਤੇ 5 ਰੇਸ਼ੋ ਦਿੱਤੀ ਉਹਨੂੰ ਤੁਸੀਂ ਇੱਦਾਂ 2x 3x ਤੇ 5x ਮੰਨ ਕੇ 180 ਦੇ ਬਰਾਬਰ ਕਰ ਦੇਣਾ। ਫਿਰ ਇਹਨਾਂ ਨੂੰ ਦੇਖੋ ਜੋੜਿਆ 2 ਤੇ 3 5 5 ਤੇ 5 10 10x ਬਰਾਬਰ ਆ ਗਿਆ 180। ਫਿਰ 10 ਨੂੰ ਦੂਜੇ ਪਾਸੇ ਡਿਵਾਈਡ 'ਚ ਭੇਜਤਾ ਤਾਂ x ਦਾ ਮੁੱਲ ਕਿੰਨਾ ਆ ਗਿਆ ਬੇਟੇ 18 ਮੁੱਲ ਆ ਗਿਆ x ਦਾ। ਠੀਕ ਆ, ਹੁਣ ਇਸ 18 ਨੂੰ 2x ਦੇ ਵਿੱਚ 3x ਦੇ ਵਿੱਚ ਤੇ 5x ਦੇ ਵਿੱਚ ਭਰ ਦਿਓ। ਤੁਹਾਡੇ ਕੋਲ ਆਨਸਰ ਆ ਜਾਣਾ 36 ਡਿਗਰੀ 54 ਡਿਗਰੀ ਤੇ 90 ਡਿਗਰੀ। ਠੀਕ ਆ, ਇਹੀ ਇਸ ਕੁਐਸਚਨ 'ਚ ਪਤਾ ਕਰਨਾ ਸੀ, ਕਰ ਲਿਆ। ਠੀਕ ਆ, ਇਸ ਤੋਂ ਬਾਅਦ 12ਵਾਂ ਕੁਐਸਚਨ ਹੈ, ਇਹ ਤੁਸੀਂ ਪੜ੍ਹ ਲਓ ਇੱਕ ਵਾਰੀ ਕਿ 1000 ਰੁਪਈਆ ਜਿਹੜਾ ਆ ਦਾ ਕਰਜ਼ਾ 10% ਦਰ ਦੇ ਨਾਲ ਲੱਗਾ ਆ ਤਾਂ 1 ਸਾਲ ਬਾਅਦ ਕਿੰਨਾ ਦੇਣਾ ਹੈ। ਸੋ ਇਸ ਦਾ ਆਨਸਰ ਆ ਜਾਣਾ 1100 ਰੁਪਏ। ਠੀਕ ਆ, ਸੋਲਵ ਕਿਵੇਂ ਕਰਨਾ ਹੈ ਤੁਸੀਂ ਆਪ ਦੇਖੋਗੇ ਫਾਰਮੂਲੇ ਤੋਂ। ਠੀਕ ਹੈ, ਸੋ ਇੱਕੋ ਹੀ ਕੁਐਸਚਨ ਆ ਜਿਹੜਾ ਮੈਂ ਤੁਹਾਨੂੰ ਕਿਹਾ ਤੁਸੀਂ ਆਪ ਕਰਨਾ ਤਾਂ ਕਿ ਤੁਹਾਡਾ ਇੱਕ ਹੋਮਵਰਕ ਹੋ ਜਾਏਗਾ। ਠੀਕ ਆ, ਹੁਣ ਵੱਧਦੇ ਕ੍ਰਮ ਵਿੱਚ ਲਿਖੋ। ਸੋ ਦੇਖੋ ਬੇਸ ਸਾਰਿਆਂ ਦਾ ਸੇਮ ਹੈ। ਸੋ ਆਪਾਂ ਵੱਧਦੇ ਕ੍ਰਮ ਵਿੱਚ ਲਿਖਣ ਤੋਂ ਲਈ ਸਭ ਤੋਂ ਪਹਿਲਾਂ ਸਭ ਤੋਂ ਛੋਟਾ, ਫਿਰ ਉਸ ਤੋਂ ਵੱਡਾ, ਫਿਰ ਉਸ ਤੋਂ ਵੱਡਾ, ਦੈਨ ਸਭ ਤੋਂ ਵੱਡਾ। ਸੋ ਇਸ ਪ੍ਰਕਾਰ ਇਹ ਤੁਹਾਡਾ ਜਿਹੜਾ ਆ ਵੱਧਦਾ ਕ੍ਰਮ ਹੋਏਗਾ ਇਸ ਕੁਐਸਚਨ ਦੇ ਲਈ। ਹੁਣ 6 ਮਾਰਕਸ ਦਾ ਕੁਐਸਚਨ ਕਰਨਾ ਆ। ਸੋ ਆਪਾਂ ਇਹਨਾਂ ਇਕੁਏਸ਼ਨਸ ਨੂੰ ਸੋਲਵ ਕਰਾਂਗੇ ਤੇ ਸਾਨੂੰ 6 ਨੰਬਰ ਮਿਲ ਜਾਣਗੇ। ਤਾਂ ਇਹਨਾਂ ਇਕੁਏਸ਼ਨਸ ਨੂੰ ਮੈਂ ਤੁਹਾਡੇ ਲਈ ਸੋਲਵ ਕਰ ਦਿੰਦਾ ਹਾਂ। ਸੋ ਲੋ ਜੀ ਦੋਨੇ ਇਕੁਏਸ਼ਨਾਂ ਸੋਲਵ ਕਰ ਦਿੱਤੀਆਂ। ਇੱਕ 'ਚ x ਦੀ ਵੈਲਿਊ ਕੱਢਣੀ ਸੀ, ਇੱਕ 'ਚ y ਦੀ ਵੈਲਿਊ ਕੱਢਣੀ ਸੀ। ਦੇਖੋ 5 ਦੀ x ਨਾਲ ਗੁਣਾ ਕੀਤੀ 5x, 5 ਦੀ 1 ਨਾਲ ਗੁਣਾ ਕੀਤੀ 5। ਸੋ 5x + 5 ਆ ਗਿਆ ਆਪਣੇ ਕੋਲ 25। ਇਸ ਤੋਂ ਬਾਅਦ 5x ਬਰਾਬਰ ਜਿਹੜਾ ਇਹ ਪਲੱਸ ਦਾ 5 ਦੂਜੇ ਪਾਸੇ ਮਾਈਨਸ ਕਰਤਾ ਤਾਂ ਆਪਣੇ ਕੋਲ 25 ਵਿੱਚ 5 ਗਏ 5x ਬਰਾਬਰ 20 ਆ ਗਿਆ।
5 ਦੀ 20 ਦੇ ਨਾਲ ਕਟਿੰਗ ਹੋਈ ਤਾਂ 4 ਆ ਗਿਆ, ਐਗਜ਼ਾਮੋਲ ਆ ਗਿਆ 4। ਹੁਣ ਆ ਦੇਖੋ ਆ ਦੂਜਾ ਇਹਦੇ ਨਾਲ ਦਾ ਕੁਐਸਚਨ, 3 ਨੂੰ ਦੂਜੇ ਪਾਸੇ ਭੇਜਿਆ ਤੇ ਪਲੱਸ ਦਾ ਜਿਹੜਾ ਹੈ ਆਪਣੇ ਕੋਲ ਕੀ ਹੋ ਗਿਆ 5 ਹੋ ਗਿਆ, ਤੇ ਇਹਨਾਂ ਨੂੰ ਪਲੱਸ ਕਰਕੇ 8 ਆ ਗਿਆ, ਤੇ 2 ਨੂੰ 8 ਨਾਲ ਕੈਂਸਲ ਕੀਤਾ 4 ਤੇ, ਤਾਂ 2 4 ਦਾ 8 ਹੁੰਦਾ, ਸੋ 4 ਆ ਗਿਆ। ਤੇ ਇਸ ਤੋਂ ਵੀ ਸੌਖਾ ਕੁਐਸਚਨ ਇਹ ਸੀਗਾ ਜਿਹਨੂੰ ਤੁਸੀਂ ਇਹ ਆ ਜਾਣਾ ਸੀ ਆਈ ਤੇ ਇਹਨਾਂ ਦੇ ਨਾਂ ਹੀ ਲਿਖਣੇ ਸੀ, ਆਈ ਤੇ ਇਹ ਆ ਜਾਣਾ ਸੀ 5 ਭੁਜ, ਇਹ ਆ ਜਾਣਾ ਸੀ ਤਿਕੋਣ, ਤੇ ਇਹ ਆ ਜਾਣਾ ਸੀ ਚੱਕਰ, ਠੀਕ ਆ। ਤੇ ਅੰਗਰੇਜ਼ੀ 'ਚ ਇਸ ਪ੍ਰਕਾਰ ਆ ਜਾਣਾ ਸੀ ਤੁਹਾਡੇ ਕੋਲ ਰੈਕਟੈਂਗਲ, ਪੈਂਟਾਗਨ, ਟ੍ਰਾਇੰਗਲ ਤੇ ਸਰਕਲ, ਠੀਕ ਹੈ। ਸੋ ਇਹ ਤੁਹਾਨੂੰ ਪਤਾ ਹੀ ਸੀ, ਸੋ ਇਹੀ ਕਰ ਲਿਆ ਮੇਰੇ ਵੱਲੋਂ, ਵੈਰੀ ਸੌਖਾ, ਠੀਕ। ਆ ਦੇਖੋ ਤੁਹਾਨੂੰ ਇੱਕ ਡਾਟਾ ਦਿੱਤਾ ਤਾਂ ਕਹਿੰਦੇ ਸਭ ਤੋਂ ਵੱਡੀ ਅਤੇ ਸਭ ਤੋਂ ਛੋਟੀ ਉਮਰ ਦੇ ਅਧਿਆਪਕ, ਸਭ ਤੋਂ ਜਿਹੜੇ ਇਹਦੇ ਵਿੱਚ ਦੇਖੋ ਜੀ ਛੋਟੀ ਉਮਰ ਦੇ ਹੈਗੇ 26 ਤੇ ਵੱਡੀ ਉਮਰ ਦੇ ਹੈਗੇ 54, ਇਹ ਆ ਗਿਆ ਇਸ ਕੁਐਸਚਨ ਦਾ ਆਨਸਰ। ਅਧਿਆਪਕਾਂ ਦੀ ਮੱਧਮਾਨ ਇਹ ਤੁਸੀਂ ਆਪ ਕਰੋਗੇ, ਸਾਰਿਆਂ ਨੂੰ ਪਲੱਸ ਕਰਕੇ 10 ਨਾਲ ਡਿਵਾਈਡ ਕਰ ਦੂੰਗੇ। ਉਮਰ ਦੀ ਵਿਚਲਨ ਸੀਮਾ ਵੀ ਤੁਸੀਂ ਕੱਢੂਗੇ ਆਪਣੇ ਅਕੋਰਡਿੰਗ ਕੈਲਕੂਲੇਸ਼ਨ ਕਰਕੇ। ਫਿਰ ਇਸ ਤੋਂ ਬਾਅਦ 16ਵਾਂ ਕੁਐਸਚਨ ਆ ਜਿਹਦੇ ਵਿੱਚ ਅਸੀਂ ਜਾਂ ਵਾਲਾ ਕੁਐਸਚਨ ਕਰਾਂਗੇ ਕਿਉਂਕਿ ਸੌਖਾ ਹੈ। 69 ਬਣਾਉਣਾ ਆ, 60 ਜਮਾ 9 ਬਣਿਆ ਪਿਆ ਆ, 55 'ਚ ਕਿੰਨੇ ਜੋੜੀਏ ਕਿ ਆਪਣੇ ਕੋਲ 69 ਬਣ ਜੇ 11, ਇਹ ਵੀ ਇੱਕ ਹੋ ਗਈ ਆਪਸ਼ਨ ਆਪਣੇ ਕੋਲ, ਠੀਕ ਆ। ਹੋਰ 69 ਬਣਨਾ ਚਾਹੀਦਾ ਆ, 55 ਤੇ 10 65 ਤੇ 3 ਹੋਣੇ ਆ ਤਾਂ ਜਾ ਕੇ ਬਣਨਾ ਆਪਣੇ ਕੋਲ 69, ਠੀਕ ਆ। ਹੋਰ 61 प्लस 8, 62 प्लस 7, ठीक है, 63 प्लस 6। और दूर दूर थोड़े कर लो ना, जिदा 50 ਦੇ ਵਿੱਚ ਜੇ ਆਪਾਂ 19 ਜੋੜੀਏ ਤਾਂ ਵੀ ਬਣ ਜਾਣਾ, 40 ਦੇ ਵਿੱਚ 29 ਜੋੜੀਏ ਫਿਰ ਵੀ ਬਣ ਜਾਣਾ, ਇਸ ਪ੍ਰਕਾਰ। ਸੋ ਇੱਕ ਖਾਲੀ ਡੱਬਾ ਹੈ, ਤੁਸੀਂ ਆਪ ਫਿਲ ਕਰਨਾ। ਇਹਦੇ ਨਾਲ ਤੁਹਾਡਾ ਪੇਪਰ ਹੋਇਆ ਜੀ ਸਾਰਾ ਕੰਪਲੀਟ। ਮੈਨੂੰ ਉਮੀਦ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਓਗੇ ਜੀ।